ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਤਨੂੰ ਟੀਵੀ ਚੈਨਲ। ਸੋ ਅੱਜ ਸਾਡੇ ਸਟੂਡੀਓ ਪਹੁੰਚੇ ਨੇ ਅਕਵਾਲ ਸਿੰਘ ਪੁੱਤਰ ਤਜਿੰਦਰ ਸਿੰਘ ਪਿੰਡ ਟੂਸੇ ਤੋਂ ਜੀ। ਅਕਸਰ ਆਪਾਂ ਦੇਖਦੇ ਆ ਕਿ ਸਰਕਾਰਾਂ ਬਣੀਓ ਕਿਸਾਨਾਂ ਦੇ ਉੱਤੇ ਬਹੁਤ ਹੀ ਧੱਕੇਸ਼ਾਹੀ ਕੀਤੀ ਜਾਂਦੀ ਆ। ਸੋ ਵੀਰ ਹੋਣਾ ਨੂੰ ਦਿੱਲੀ ਜੋ ਕੁਝ ਹੋਇਆ, ਜੋ ਵੀ ਹੱਡ ਬੀਤੀ ਹੋਈ ਆ, ਵੀਰ ਹੋਣਾ ਤੇ ਜੋ ਵੀ ਧਾਰਾਂ ਲੱਗੀਆਂ, ਕਾਨੂੰਨੀ ਕਾਰਵਾਈ ਹੋਈ ਆ, ਸੋ ਵੀਰ ਹੋਣਾ ਤੋਂ ਸਾਰਾ ਹਾਲ ਆਪਾਂ ਅੱਜ ਜਾਣਾਂਗੇ ਜੀ। ਸੋ ਆਓ ਕਰਦੇ ਆ ਉਹਨਾਂ ਨਾਲ ਗੱਲਬਾਤ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਤੇ ਬਾਈ ਜੀ, ਦਿੱਲੀ ਅੰਦੋਲਨ ਦੇ ਵਿੱਚ ਤੁਸੀਂ ਕਿੰਨੇ ਟਾਈਮ ਤੋਂ ਸ਼ਾਮਲ ਹੋ ਜੀ? ਮੈਂ ਪਹਿਲੀ ਵਾਰ ਗਿਆ ਸੀ ਦਸੰਬਰ ਮਹੀਨੇ ਦੇ ਵਿੱਚ ਜੀ ਜੀ। ਉਦੋਂ 10-15 ਦਿਨ ਉੱਥੇ ਰਿਹਾ ਜੀ ਤੇ ਮੈਂ ਸੇਵਾ ਕਰਨ ਲਈ ਗਿਆ ਸੀ ਜੀ ਤੇ ਮੇਨ ਮਕਸਦ ਸੀ ਵੀ ਆ ਤਿੰਨ ਕਿਸਾਨੀ ਜੀ ਜੀ ਕਿਸਾਨ ਵਿਰੋਧੀ ਬਿੱਲ ਆ ਬਿਲਕੁਲ ਬਿਲਕੁਲ ਤੇ ਐਮਐਸਪੀ ਦੇ ਕਾਨੂੰਨ ਲਾਗੂ ਕਰਾਉਣ ਦੇ ਸੰਬੰਧ ਚ ਜੀ ਵੀ ਸਰਕਾਰ ਤਿੰਨ ਕਾਨੂੰਨ ਵਾਪਸ ਲਵੇ ਜੀ ਤੇ ਐਮਐਸਪੀ ਦੇ ਲੀਗਲ ਕਾਨੂੰਨ ਬਣਾਵੇ। ਜੀ ਜੀ ਇਸ ਸੰਬੰਧ ਵਿੱਚ ਸ਼ਾਮਲ ਹੋਇਆ ਸੀ ਤੇ ਉਸ ਤੋਂ ਬਾਅਦ ਮੇਰੇ ਦਾਦੇ ਜੀ ਦੀ ਡੈਥ ਹੋ ਗਈ ਸੀ ਜੀ ਜਿਸ ਕਰਕੇ ਮੈਨੂੰ ਉੱਥੋਂ ਆਉਣਾ ਪਿਆ। ਜੀ ਫਿਰ ਹਫ਼ਤਾ 10 ਦਿਨ ਜਾਣੀ ਘਰੇ ਹੀ ਰਹਿਣਾ ਪਿਆ। ਉਸ ਤੋਂ ਬਾਅਦ ਫਿਰ ਮੈਂ 2-4 ਦਿਨਾਂ ਬਾਅਦ ਫਿਰ ਸ਼ਾਮਿਲ ਹੋਇਆ ਸੀ ਜੀ 12 ਤੋਂ 15 ਤਰੀਕ ਦੇ ਵਿੱਚ ਜੀ ਜਨਵਰੀ ਜੀ ਤੇ ਉੱਥੇ ਹੀ ਸੇਵਾ ਕਰਦੇ ਹੀ ਦਿੱਲੀ ਗੁਰਦੁਆਰਾ ਕਮੇਟੀ ਵਾਲਿਆਂ ਦਾ ਲੰਗਰ ਲੱਗਿਆ ਹੋਇਆ ਸੀ ਜੀ ਤੇ ਉੱਥੇ ਉਹਨਾਂ ਦੀ ਪੰਡਾਲ 'ਚ ਰਹਿੰਦੇ ਸੀਗੇ। ਜੀ ਜੀ। ਮੇਰੇ ਨਾਲ ਉੱਥੇ ਇੱਕ ਦੋਸਤ ਵੀ ਜੁੜ ਗਏ ਬਠਿੰਡੇ ਤੋਂ ਜੀ ਜੀ ਤੇ ਅਸੀਂ 29-26 ਤਰੀਕ ਨੂੰ ਪਰੇਡ 'ਚ ਵੀ ਸ਼ਾਮਿਲ ਹੋਣਾ ਸੀਗਾ ਜੀ ਪਰ ਕਈ ਕਾਰਨਾਂ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਸੀਗੀ ਉੱਥੇ ਜੀ ਜਿਸ ਕਰਕੇ ਅਸੀਂ ਨਹੀਂ ਸ਼ਾਮਿਲ ਹੋ ਸਕੇ ਜੀ ਤੇ ਸਾਨੂੰ ਨਹੀਂ ਸੀ ਪਤਾ ਨਾ ਉੱਥੇ ਨੈਟ ਚੱਲ ਰਿਹਾ ਸੀ ਜੀ ਨਾ ਕੁਝ ਹੋਰ, ਕੱਲੀ ਕਾਲ ਹੋ ਰਹੀ ਸੀ। ਬਸ ਕਾਲ ਕਰਕੇ ਘਰਦਿਆਂ ਤੋਂ ਹੀ ਪੁੱਛਿਆ ਵੀ ਕੀ ਮਾਹੌਲ ਆ। ਇਹਨਾਂ ਨੂੰ ਵੀ ਜ਼ਿਆਦਾ ਨਹੀਂ ਸੀ ਪਤਾ ਉਸ ਟਾਈਮ ਜੀ ਵੀ 26 ਤਰੀਕ ਨੂੰ ਜੋ ਵੀ ਹੋਇਆ ਵਾ ਸਾਨੂੰ ਵੀ ਨਹੀਂ ਸੀ ਪਤਾ ਵੀ ਕੀ ਕੁਝ ਹੋ ਗਿਆ ਜੀ ਤੇ ਅਸੀਂ ਇਹੀ ਸੋਚੇ ਵੀ ਚਲੋ ਹੁਣ ਘਰੇ ਜਾਣਾ ਤਾਂ ਹੈਗਾ, ਹੁਣ ਇੱਕ ਦੋ ਦਿਨ ਰੁਕ ਕੇ ਚੱਲਦੇ ਆ। ਜੀ ਨਾਲ ਦੇ ਮੁੰਡੇ ਨਾਲ ਗੱਲ ਹੋਈ ਮੇਰੀ, ਉਹ ਕਹਿੰਦਾ ਹੁਣ ਜੇ ਜਾਵਾਂਗੇ ਤਾਂ ਫਿਰ ਇੱਥੇ ਚਾਹੀਦਾ ਵੀ ਲੋਕਾਂ ਦਾ ਵੀ ਲੰਗਰ 'ਚ ਵੀ ਬੰਦੇ ਸੇਵਾ ਕਰਨ ਵਾਲੇ ਘਟ ਗਏ ਆ ਬਿਲਕੁਲ ਤੇ ਸਾਨੂੰ ਉਹਨਾਂ ਨੇ ਕਿਹਾ ਵੀ ਰੁਕਿਓ, ਸੇਵਾਦਾਰ ਘਟ ਗਏ ਆ। ਅਸੀਂ ਫਿਰ ਰੁਕ ਗਏ ਜੀ ਜੀ ਤੇ 29 ਤਰੀਕ ਨੂੰ ਅਸੀਂ ਦੋਨਾਂ ਨੇ ਕਿਹਾ ਵੀ ਵਿਚਾਰ ਕੀਤੀ ਵੀ ਸਾਨੂੰ ਹੁਣ ਪਿੰਡ ਜਾਣਾ ਚਾਹੀਦਾ ਵਾ। ਜੀ ਉਹਨਾਂ ਦੀ ਗੱਡੀ ਵਿੱਚ ਨਾਲ ਦੇ ਮੁੰਡੇ ਦੇ ਤੇਲ ਖਤਮ ਹੋ ਚੁੱਕਿਆ ਸੀਗਾ ਜੀ ਤੇ ਫਸੀ ਹੋਈ ਸੀ ਬੇਚੈਂਦਾ ਸਿੰਘੂ ਬਾਰਡਰ ਦੇ ਕੋਲ ਹੀ, ਜੀ ਨਾ ਨਿਕਲ ਸਕਦੀ ਸੀ। ਸਾਨੂੰ ਅਸੀਂ ਤੁਰੇ, ਤੇਲ ਪਾਉਣ ਲਈ ਪੈਸੇ ਵੀ ਹੈ ਨਹੀਂ ਸੀ ਕੋਲੇ। ਜੀ। ਉਹ ਨਾਲ ਦੇ ਮੁੰਡੇ ਕੋਲੇ ਏਟੀਐਮ ਸੀਗਾ, ਜੀ ਉਹ ਕਹਿੰਦਾ ਏਟੀਐਮ ਚੋਂ ਕਢਵਾਉਣੇ ਆ ਪੈਸੇ ਤੇ ਪੈਸੇ ਕਢਵਾਉਣ ਲਈ ਅਸੀਂ ਪਹਿਲਾਂ ਤਾਂ ਸਾਰੇ ਇਧਰ ਸਿੰਘੂ ਬਾਰਡਰ ਤੇ ਦੇਖਿਆ, ਕੋਈ ਏਟੀਐਮ ਸਾਰੇ ਬੰਦ ਸੀ ਜੀ ਟੋਟਲੀ ਜੀ ਤੇ ਇੱਕ ਹੀ ਰਸਤਾ ਜਿਹੜਾ ਸੀਗਾ ਸਾਨੂੰ ਉਧਰ ਨੂੰ ਜਾਣ ਲਈ ਸਾਨੂੰ ਆਟੋ ਕਰਨਾ ਪਿਆ। ਜੀ ਸਾਨੂੰ ਪਹਿਲਾਂ ਦੱਸਿਆ ਵੀ ਗਿਆ ਸੀ ਵੀ ਇੱਧਰ ਅਜੇ ਸਰਦਾਰਾਂ ਨੂੰ ਪੰਜਾਬ ਦੇ ਨੂੰ ਚੱਕ ਰਹੀ ਆ ਪੁਲਿਸ। ਜੀ ਅਸੀਂ ਕਿਹਾ ਕਿਤੇ ਉਦਾਂ ਹੀ ਗੱਲ ਕਰ ਰਹੇ ਆ ਵੀ ਚਲੋ ਕੋਈ ਨਾ, ਇਦਾਂ ਕਿਵੇਂ ਚੱਕ ਲੂਗੀ। ਜੀ ਜੀ ਪਰ ਪੁਲਿਸ ਜਦੋਂ ਅਸੀਂ ਗਾਂਹ ਚਲੇ ਗਏ ਆਟੋ ਕਰਕੇ, ਜੀ। ਆਟੋ ਵਾਲਿਆਂ ਨੇ ਸਾਨੂੰ ਜਿੱਥੇ ਬੈਰੀਕੇਡ ਲੱਗੇ ਸੀ ਪੁਲਿਸ ਵਾਲਿਆਂ ਦੇ ਪੱਥਰ ਲਾਏ ਹੋਏ ਸੀ, ਜੀ ਮੂਹਰੇ ਬੈਠੇ ਸੀ ਪੁਲਿਸ ਵਾਲੇ, ਸਾਈਡ ਤੇ ਵੀ ਕਾਫੀ ਗੱਡੀਆਂ ਵੀ ਖੜੀਆਂ ਸੀ ਜੀ ਜੀ ਅਸੀਂ ਸਾਈਡ ਤੋਂ ਲੰਘਣ ਲੱਗੇ ਜਦੋਂ ਤੇ ਸਾਨੂੰ ਕਹਿੰਦੇ ਵੀ ਰੁਕ ਜਾਓ, ਕਿੱਧਰੋਂ ਆਏ ਹੋ? ਅਸੀਂ ਕਿਹਾ ਜੀ ਧਰਨੇ ਤੋਂ ਆਏ ਆ ਜੀ ਤੇ ਸਾਨੂੰ ਪੁੱਛਿਆ, ਸਾਡਾ ਨਾਮ ਪੁੱਛਿਆ, ਅਸੀਂ ਨਾਮ ਦੱਸਤਾ ਤੇ ਕਿੱਥੋਂ ਆਏ ਹੋ। ਜਦੋਂ ਅਸੀਂ ਕਿਹਾ ਪੰਜਾਬ ਤੋਂ ਆਏ ਹਾਂ, ਸਾਡੇ ਮੋਢੇ ਤੇ ਹੱਥ ਧਰ ਕੇ ਕਹਿੰਦੇ ਆ ਜਾਓ, ਤੁਹਾਡੀ ਵੈਰੀਫਿਕੇਸ਼ਨ ਹੀ ਕਰਨੀ ਆ ਜੀ ਵੀ ਜਿੰਨੇ ਵੀ ਧਰਨੇ ਤੇ ਸ਼ਾਮਲ ਹੋਏ ਪਹਿਲਾਂ ਜੋ ਵੀ ਉਹਨਾਂ ਦਾ ਸੀ ਪ੍ਰੋਸੀਜਰ। ਇਹ ਕਿ ਸ਼ਾਇਦ ਇੰਨਾ ਹੀ ਕਰਨਾ ਹੋਣਾ ਵੇ। ਨਹੀਂ, ਉਦੋਂ ਤੁਹਾਨੂੰ ਕੁਝ ਨਹੀਂ ਪਤਾ ਸੀਗਾ ਵੀ ਕੀ ਗੱਲਬਾਤ ਅੱਗੇ ਹੋਣੀ? ਉਦੋਂ ਜਮਾ ਹੀ ਨਹੀਂ, ਸਾਡੇ ਮਨ ਚਿੱਤ ਵੀ ਹੈ ਨਹੀਂ ਸੀਗਾ ਜੀ ਇਕਬਾਲ ਜੀ, ਜਦੋਂ ਉਹ ਚੈੱਕ ਪੋਸਟ ਇੱਥੇ ਲੱਗੀ ਸੀ, ਜਦੋਂ ਹਾਂਜੀ। ਤੁਹਾਨੂੰ ਆਟੋ ਵਾਲੇ ਨੇ ਪਿੱਛੇ ਛੱਡਿਆ ਸੀ, ਜਦੋਂ ਤੁਸੀਂ ਤੁਰ ਕੇ ਗਏ, ਹਾਂਜੀ। ਤਾਂ ਜਿਹੜੇ ਉੱਥੇ ਪੁਲਿਸ ਵਾਲੇ ਸੀ ਉਹ ਸਿਵਲ ਡਰੈਸ 'ਚ ਸੀਗੇ ਜਾਂ ਆਪਣੀ ਖਾਕੀ ਵਰਦੀ ਵਿੱਚ ਸੀ? ਨਹੀਂ, ਖਾਕੀ ਵਰਦੀ ਵਿੱਚ ਹੀ ਸੀ, ਕਈ ਵਿੱਚ ਦੂਸਰੇ ਸਿਵਲ ਵਰਦੀ ਵਿੱਚ ਵੀ ਸੀਗੇ ਜੀ ਜੀ ਤੇ ਸਾਨੂੰ ਚੈੱਕ ਪੋਸਟ ਦੇ ਅੰਦਰ ਜਦੋਂ ਬਾੜਿਆ, ਜੀ ਉੱਥੇ ਪਹਿਲਾਂ ਵੀ ਬੈਠੇ ਸੀਗੇ ਜਿਨ੍ਹਾਂ ਨੂੰ ਅੰਦਰ ਜੀ ਰੱਖਿਆ ਹੋਇਆ ਸੀ। ਉਹਨਾਂ ਦੀਆਂ ਵਿੱਚ ਕਈਆਂ ਦੀ ਪੱਗਾਂ ਵੀ ਲਈਆਂ ਹੋਈਆਂ ਸੀ। ਜੀ ਉਹਨਾਂ ਦੇ ਕਕਾਰ, ਜਿਨ੍ਹਾਂ ਦੇ ਗਾਤਰਾ ਪਾਇਆ ਹੋਇਆ ਸੀ, ਕਕਾਰ ਉੱਤੇ ਰੱਖੇ ਹੋਏ ਸੀ ਮੇਜ਼ ਤੇ ਉਹਨਾਂ ਨੇ ਜੀ। ਆਪਦੇ ਤੇ ਸਾਨੂੰ ਪਿੱਛੇ ਦੀ ਧੱਕਾ ਧੁੱਕਾ ਮਾਰ ਕੇ ਬਾਅਦ ਸਾਡੇ ਨਾਲ ਅਸੀਂ ਪੁੱਛਿਆ ਵੀ ਕਾਹਤੋਂ ਜਾਨੂੰ, ਸਾਨੂੰ ਡੰਡਿਆਂ ਨਾਲ ਕੁੱਟਣ ਲੱਗ ਗਏ ਉੱਥੇ, ਜੀ ਕੁੱਟਮਾਰ ਵੀ ਬਿਨਾਂ ਕਈਆਂ ਪੁੱਛੇ ਦੀ। ਪਿੱਛੇ ਤੁਹਾਨੂੰ ਲਾਠੀਆਂ ਬਰਸਾਣੀਆਂ ਸ਼ੁਰੂ ਕਰ ਉਹ ਬੋਲਣ ਵੀ ਨਹੀਂ ਸਾਨੂੰ ਦਿੱਤਾ ਗਿਆ ਅੱਛਾ ਤੇ ਉੱਥੇ ਸਾਡੀ ਕਾਫੀ ਯਾਨੀ ਕੁੱਟਮਾਰ ਕੀਤੀ ਗਈ ਉਹਨਾਂ ਨੇ ਪੁਲਿਸ ਵੱਲੋਂ। ਜੀ ਜੀ ਤੇ ਪੁੱਛਣ ਤੇ ਸਾਨੂੰ ਆਈ ਕਹਿੰਦੀ ਖਾਲਿਸਤਾਨੀ
ਅੱਤਵਾਦੀ ਐਂ ਕਹਿ ਕੇ ਸਾਡੇ ਜਾਣੀ ਕਾਫੀ ਮਾਰੀਆਂ ਛੁੱਟੀਆਂ ਤੇ ਕਈਆਂ ਦੇ ਵਿੱਚ ਮੁੰਡਿਆਂ ਦੇ ਕਾਫੀ ਸੱਟਾਂ ਵੱਜੀਆਂ। ਇੱਕ ਮੁੰਡੇ ਦੀ ਤਾਂ ਉਂਗਲ ਵੀ ਤੱਕ ਵੀ ਟੁੱਟ ਗਈ ਸੀ ਜੀ। ਤੇ ਬਾਅਦ ਸਾਨੂੰ ਉੱਥੇ ਰੱਖਿਆ, ਹੋਰ ਵੀ ਆ ਬਾਅਦ ਜੀ ਜਿਵੇਂ ਤੁਸੀਂ, ਮੈਂ ਤੁਹਾਡੇ ਨਾਲ ਜਦੋਂ ਪਹਿਲਾਂ ਗੱਲਬਾਤ ਕੀਤੀ ਸੀ ਤਾਂ ਤੁਸੀਂ ਗੱਲ ਕਹੀ ਸੀ ਵੀ ਉੱਥੇ ਕਿਸੇ ਵੀ ਪੁਲਿਸ ਵਾਲੇ ਦੀ ਨੇਮ ਪਲੇਟ ਨਹੀਂ ਹੈਗੀ ਸੀ ਉਹਨਾਂ ਦੀ। ਹਾਂਜੀ, ਜਿਹੜੇ ਅੰਦਰ ਸੀਗੇ ਜੀ। ਉਹਨਾਂ ਦੇ ਨੇਮ ਪਲੇਟ ਨਹੀਂ ਸੀਗੀ ਜੀ। ਅਸੀਂ ਕੋਸ਼ਿਸ਼ ਵੀ ਕੀਤੀ ਦੇਖਣ ਦੀ ਵੀ ਤੁਹਾਨੂੰ ਲੱਗ ਸ਼ਾਇਦ ਰਿਹਾ ਸੀ ਕਿ ਵਾਕਈ ਉਹ ਪੁਲਿਸ ਵਾਲੇ ਸੀ? ਪੁਲਿਸ ਵਾਲੇ ਤਾਂ ਹੁਣ ਵਰਦੀ ਪਾਈ ਹੈ, ਸ਼ਾਇਦ ਉਹ ਇੰਨਾ ਹੜਬੜਾਹੇ ਚ ਸਾਨੂੰ ਜੀ, ਵੀ ਜੀ। ਸਮਝ ਨਹੀਂ ਸੀ ਆ ਰਿਹਾ ਵੀ ਜੀ। ਇੱਕਦਮ ਕੀ ਹੋ ਗਿਆ। ਤੇ ਬਸ ਸਾਨੂੰ ਇੰਨਾ ਮੌਕਾ ਹੀ ਨਹੀਂ ਮਿਲਿਆ ਜੀ। ਤੇ ਬੋਲਣ ਤੱਕ ਨਹੀਂ ਦਿੱਤਾ ਗਿਆ। ਨਾਲ ਦੇ ਬਸ ਆਈ ਕਹਿ ਜਾਂਦੇ ਸੀ ਚੁੱਪ ਕਰ ਜਾਓ ਵੀ ਨਹੀਂ ਹੋਰ ਕੁੱਟਣਗੇ। ਇਸੇ ਕਰਕੇ ਸਾਨੂੰ ਬੈਠਣਾ ਪਿਆ ਚੁੱਪਚਾਪ। ਉੱਥੇ ਤੁਸੀਂ ਫਿਰ ਰਾਤ ਵੀ ਉੱਥੇ ਲਗਾਈ? ਰਾਤ ਫਿਰ ਸਾਨੂੰ ਉੱਥੋਂ ਲੈ ਗਏ ਗੱਡੀ 'ਚ ਪਾੜ ਕੇ, ਸਾਨੂੰ ਕਹਿੰਦੇ ਬਸ ਥਾਣੇ ਜਾਣਾ ਵਾ, ਪੁੱਛ ਪੜਤਾਲ ਹੀ ਕਰਨੀ ਹੈ। ਤੇ ਸਾਨੂੰ ਅਲੀਪੁਰ ਥਾਣੇ ਦੇ ਅੰਦਰ ਲੈ ਗਏ ਤੇ ਰਾਤ ਨੂੰ ਸਾਨੂੰ ਪੁੱਛ ਪੜਤਾਲ ਸਾਰਿਆਂ ਨੂੰ ਜਿੰਨੇ ਵੀ ਸੀ ਇਕੱਠੇ ਕਰ ਲਏ। ਸਾਰੀ ਵੈਰੀਫਿਕੇਸ਼ਨ ਕੀਤੀ ਉਹਨਾਂ ਨੇ। ਜਦੋਂ ਸੌਣ ਲੱਗਦੇ ਸੀ ਜਦੀ ਆ ਜਾਂਦੇ ਸੀਗੇ, ਨੀਂਦ ਆਉਂਦੀ ਸੀ। ਯਾਨੀ ਕਿ ਤੁਹਾਨੂੰ ਮਾਨਸਿਕ ਨਾਲ ਵੀ ਪ੍ਰਤਾੜਿਤ ਕੀਤਾ ਗਿਆ ਉੱਥੇ? ਹਾਂਜੀ, ਦਿਮਾਗੀ ਹਰਾਸਮੈਂਟ ਵੀ ਸਾਡੇ ਨਾਲ ਕੀਤੀ ਗਈ। ਜੀ ਜੀ। ਤੇ ਬਾਅਦ ਵਿੱਚ ਦੂਜੇ ਦਿਨ 30 ਤਰੀਕ ਨੂੰ ਸਾਨੂੰ ਮੈਡੀਕਲ ਲਈ ਲਿਜਾਇਆ ਗਿਆ ਤੇ ਮੈਡੀਕਲ ਵਾਸਤੇ ਕਈਆਂ ਦੇ ਜਿਨ੍ਹਾਂ ਦੇ ਦੱਸਣਾ ਸੀਗਾ ਸੱਟਾਂ ਲੱਗੀਆਂ ਉਹਨਾਂ ਨੂੰ ਬੋਲਣ 10 ਅੰਗੂਠੇ ਲਵਾ ਲਏ ਗਏ। ਉੱਥੇ ਕਿੱਦਾਂ ਤੁਹਾਨੂੰ ਟ੍ਰੀਟ ਕਰ ਰਹੇ ਸੀ ਜਦੋਂ ਤੁਹਾਨੂੰ ਹਸਪੀਟਲ 'ਚ ਲੈ ਕੇ ਗਏ? ਜਦੋਂ ਤੁਹਾਡੇ ਸੱਟਾਂ ਲੱਗੀਆਂ ਸੀ, ਤੁਸੀਂ ਦੱਸਣਾ ਚਾਹੁੰਦੇ ਸੀ ਵੀ ਸਾਡੇ ਸੱਟਾਂ ਲੱਗੀਆਂ, ਉੱਥੇ ਪੁਲਿਸ ਤੁਹਾਡੇ ਨਾਲ ਕਿੱਦਾਂ ਦਾ ਵਰਤਾਵ ਕਰ ਰਹੀ ਸੀ ਹਸਪੀਟਲ ਦੇ ਉਹ ਵਿੱਚ? ਕਹਿੰਦੇ ਠੀਕ ਆ ਜੀ, ਬਸ ਠੀਕ ਆ, ਇੰਨੀ ਗੱਲ ਕਹਿ ਆਪਣੇ ਕੇ- ਮੂੰਹੋਂ ਹੀ ਕਹਿ ਦਿੰਦੇ ਸੀ ਠੀਕ ਹਾਂਜੀ। ਹੈ। ਤੇ ਬਸ ਉਹਨਾਂ ਨੇ ਜਾਣੀ ਰੋਟੀ ਤਾਂ ਸਾਨੂੰ ਦਿੱਤੀ ਆ, ਰਾਤ ਨੂੰ ਵਧੀਆ ਦਿੱਤੀ ਆ ਤੇ ਸਵੇਰ ਵੀ, ਦੂਜੇ ਦਿਨ ਦੁਪਹਿਰੇ ਵੀ, ਸਵੇਰੇ ਵੀ ਸਾਨੂੰ ਖਾਣਾ ਪੀਣਾ ਦਿੱਤਾ। ਤੇ ਬਾਅਦ ਚ ਸ਼ਾਮ ਨੂੰ ਸਾਨੂੰ ਜੱਜ ਸਾਹਿਬ ਦੇ ਅਦਾਲਤ 'ਚ ਪੇਸ਼ ਕਰਨਾ ਸੀ। ਉਹ ਬਿਲਡਿੰਗ ਸੀ ਕੋਈ ਕੰਪਲੈਕਸ। ਉਹ ਜੱਜ ਮਤਲਬ ਕੋਰਟ ਨਹੀਂ ਸੀਗੀ? ਹਾਂਜੀ, ਕੋਰਟ ਨਹੀਂ ਸੀਗੀ, ਸਾਨੂੰ ਪਤਾ ਨਹੀਂ ਪੱਕਾ, ਯਾਨੀ ਕੋਰਟ ਸੀ, ਬਿਲਡਿੰਗ ਸੀ ਜਿਹਦੇ ਬੇਸਮੈਂਟ 'ਚ ਸਾਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਤੇ ਬਸ ਉਹਨਾਂ ਨੇ ਸਾਡੀਆਂ ਉੱਥੇ ਫੋਟੋਆਂ ਖਿੱਚੀਆਂ ਤੇ ਸਾਨੂੰ ਬੱਸ ਦੇ ਵਿੱਚ ਚਾੜ ਦਿੱਤਾ ਗਿਆ। ਤੇ ਉਦੋਂ ਸਾਨੂੰ ਇੰਨਾ ਕੁ ਪਤਾ ਲੱਗਿਆ ਵੀ ਹੁਣ ਸਾਡਾ ਮੈਡੀਕਲ ਵੀ ਹੋ ਗਿਆ, ਹੁਣ ਸਾਨੂੰ ਜੇਲ੍ਹ ਭੇਜਣਗੇ। ਪਰ ਸਾਨੂੰ ਇੱਕ ਦੁੱਖ ਵੀ ਸੀ ਵੀ ਮਗਰ ਸਾਡੇ ਕੋਈ ਆਇਆ ਨਹੀਂ। ਓਕੇ। ਤੇ ਫਿਰ ਜਦੋਂ ਅਸੀਂ ਤਾਉਣ ਲੱਗੇ ਉਦੋਂ ਚਲੋ ਸਾਡੇ ਇੱਥੇ ਲਾਗੇ ਦਾ ਮੁੰਡਾ ਬੁਰਜ ਤੋਂ ਉੱਥੇ ਟਾਇਰਾਂ ਦਾ ਕੰਮ ਕਰਦੇ ਆ, ਉਹ ਆ ਕੇ ਮੈਨੂੰ ਕਹਿੰਦੇ ਤੁਹਾਡਾ ਪਿੰਡ ਆ। ਉਹ ਆ ਗਏ ਸੀ ਜਨ ਤੇ ਮਨਜਿੰਦਰ ਸਿੰਘ ਸਿਰਸਾ ਜੀ, ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਤੇ ਪ੍ਰੇਮ ਸਿੰਘ ਭੰਗੂ ਕਿਸਾਨ ਜਥੇਬੰਦੀਆਂ ਵੱਲੋਂ ਜਿਨ੍ਹਾਂ ਦੇ ਹੇਠ ਵਕੀਲਾਂ ਦਾ ਪੈਨਲ ਕੰਮ ਕਰ ਰਹੇ ਹਨ, ਪੂਰੇ ਵਕੀਲ ਜਿੰਨੇ ਵੀ ਲੱਗੇ ਹੋਏ ਆ ਸਾਡੇ ਪਿੱਛੇ, ਜਿਨ੍ਹਾਂ ਨੇ ਕੋਈ ਸਾਤੋਂ ਪੈਸਾ ਨਹੀਂ ਲਿਆ ਨਾ ਸਾਡੇ ਘਰਦਿਆਂ ਤੋਂ, ਉਹਨਾਂ ਸਾਰਿਆਂ ਦਾ ਤੇ ਕਿਸਾਨ ਜਥੇਬੰਦੀਆਂ ਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਉਹ ਕੀਤੀ ਮਦਦ। ਤੇ ਬਾਅਦ ਵਿੱਚ ਸਾਨੂੰ ਤਿਹਾੜ ਜੇਲ੍ਹ ਜੋ ਲੈ ਕੇ ਗਏ ਆ ਤੇ ਉੱਥੇ ਮਨਜਿੰਦਰ ਸਿੰਘ ਸਿਰਸਾ ਜੀ ਪਿੱਛੇ ਆਏ ਸਾਡੇ ਜੀ। ਤੇ ਉਹਨਾਂ ਨੇ ਸਾਨੂੰ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ, ਤੁਹਾਨੂੰ ਕਢਵਾ ਲਾਂਗੇ, ਤੁਹਾਡੇ ਨਾਲ ਨਜਾਇਜ਼ ਹੋਈ ਆ। ਤੇ ਫਿਰ ਸਾਨੂੰ ਥੋੜਾ ਮੋਟਾ ਹੌਸਲਾ ਹੋਇਆ ਤੇ ਬਸ ਸਾਨੂੰ ਅੰਦਰ ਜੇਲ੍ਹ ਦੇ ਵਿੱਚ। ਨਹੀਂ ਤਾਂ ਉਮੀਦ ਬਿਲਕੁਲ ਟੁੱਟ ਚੁੱਕੀ ਸੀ? ਨਹੀਂ, ਉਮੀਦ ਤਾਂ ਟੁੱਟ ਹੀ ਚੁੱਕੀ ਸੀਗੀ ਵੀ ਇੱਕ ਤਾਂ ਅੰਦੋਲਨ ਕਿਹੜੇ ਪਾਸੇ ਨੂੰ ਚਲਿਆ ਗਿਆ ਜੀ। ਇਸ ਤਰ੍ਹਾਂ ਸਾਡਾ ਮਕਸਦ ਸੀ ਆਹ ਬਿੱਲਾਂ ਨੂੰ ਵਾਪਸ ਕਰਾਉਣਾ ਜਾਂ ਹੋਰ ਆਹੀ ਸੀਗਾ, ਪੰਜਾਬ ਨੂੰ ਆਜ਼ਾਦ ਕਰਾਉਣਾ। ਨਹੀਂ ਪੰਜਾਬ ਨੂੰ ਆਜ਼ਾਦ ਕਰਾਉਣਾ ਤਾਂ ਚਲੋ ਆਹੀ ਸੀਗਾ ਵੀ ਬਿਲਕੁਲ ਉਹ ਆਪਣੇ ਕਿਸਾਨਾਂ ਦੇ ਧੱਕੇ ਨਾਲ ਕਿਸਾਨਾਂ ਦੇ ਜੋ ਹੋ ਜਾ ਰਹੇ ਆ ਵੀ ਲੋਕਤੰਤਰ 'ਚ ਅਸੀਂ ਆਪਣੀ ਆਵਾਜ਼ ਬੋਲੀ ਹੱਕਾਂ ਲਈ ਖੜ ਵੀ ਨਹੀਂ ਸਕਦੇ ਤਾਂ ਸਾਡੇ ਤੇ ਝੂਠੇ ਪਰਚੇ ਪਾ ਦਿੱਤੇ ਜਾਂਦੇ ਆ। ਆਹੀ ਸੀ ਉਮੀਦ ਵੀ ਟੁੱਟ ਚੁੱਕੀ ਸੀ। ਇਹ ਕਿੰਨੇ ਮੁੰਡੇ ਸੀਗੇ ਜਦੋਂ ਤੁਸੀਂ ਅਰੈਸਟ ਹੋਏ? 35 ਤੋਂ 40 ਮੁੰਡੇ ਸੀਗੇ ਜੀ ਜੀ। ਸਾਡੇ ਨਾਲ ਦੇ, ਜੀ। ਜਿਹੜੇ ਨਾਲ ਦੇ ਵੀ ਉੱਥੇ ਅੰਦੋਲਨ ਸੀ, ਇੱਕ ਦੂਜੇ ਨੂੰ ਜਾਣਦੇ ਤਾਂ ਹੈ ਨਹੀਂ ਸੀਗੇ। ਜੀ ਜੀ। ਇੰਨੇ ਜਾਣੀ ਅਰੈਸਟ ਕੀਤਾ ਸਾਡੇ ਨਾਲ ਪੁਲਿਸ ਨੇ ਵੀ, ਧੱਕਾਸ਼ਾਹੀ ਪਹਿਲੇ ਦਿਨ ਕੀਤੀ ਆ। ਜੀ ਜੀ। ਬਾਅਦ ਚ ਅੰਦਰ ਜੇਲ੍ਹ ਦੇ ਅੰਦਰ ਨਹੀਂ ਕੁਛ ਕੀਤਾ ਉਹਨਾਂ ਨੇ, ਪੁਲਿਸ ਨੇ। ਸਾਨੂੰ ਸਿਰਫ ਇੰਨਾ ਸੀਗਾ ਵੀ ਡਰ ਹੀ ਸੀਗਾ ਵੀ ਕੀ ਪਤਾ ਕੀ ਹੋ ਜਾਣਾ ਵਾ ਅੰਦਰ। ਜੀ ਜੀ। ਤੇ ਉਹਨਾਂ ਚੋਂ ਕਿਸੇ ਪੁਲਿਸ ਮੁਲਾਜ਼ਮ ਨੇ ਤੁਹਾਨੂੰ ਕਿਹਾ ਵੀ ਤੁਸੀਂ ਆਪਣੇ ਘਰੇ ਜਾਣਕਾਰੀ ਦੇ ਦਿਓ? ਇਹ ਜਾਣਕਾਰੀ ਸਵੇਰੇ ਜਦੋਂ ਸਾਡੇ ਤੋਂ ਸਾਈਨ ਕਰਾਏ ਗਏ ਆ, ਜੀ। ਬਾਅਦ ਚ ਇਹਨਾਂ ਨੇ ਉੱਤੇ ਧਾਰਾਵਾਂ ਵੀ ਨਹੀਂ ਸਾਨੂੰ ਪਤਾ ਸੀਗਾ ਵੀ ਕਿਹੜੀਆਂ ਲਾਤੀਆਂ। ਜੀ। ਉੱਥੇ ਸਾਤੋਂ ਸਾਈਨ ਕਰਾ ਲਏ ਗਏ
ਉਦੋਂ ਉਹਨਾਂ ਨੇ ਕਿਹਾ ਸੀ ਆਪਦੇ ਘਰ ਦਾ ਨੰਬਰ ਦਿਓ, ਤੇ ਨੰਬਰ ਦਿੱਤਾ ਤਾਂ ਉਹਨਾਂ ਨੇ ਕੀਤਾ ਵੀ ਤੁਹਾਡਾ ਮੁੰਡਾ ਅਰੈਸਟ ਹੋ ਚੁੱਕਿਆ, ਬਸ ਇੰਨੀ ਗੱਲ ਹੀ ਕੀਤੀ ਆ ਉਹਨਾਂ ਨੇ। ਬਾਅਦ ਚ ਸਾਨੂੰ ਯਾਨੀ ਉੱਥੇ ਫੇਰ ਥਾਣੇ ਦੇ ਵਿੱਚ ਕਮਰੇ 'ਚ ਰੱਖਿਆ ਗਿਆ ਸੀ, ਉੱਥੇ ਉਹਦੇ ਵਿੱਚ ਭੇਜ ਦਿੱਤਾ ਗਿਆ। ਬਾਈ ਜੀ ਤੁਹਾਨੂੰ ਕਦੋਂ ਫੋਨ ਆਇਆ ਸੀ? ਸਾਨੂੰ ਜੀ 30 ਤਰੀਕ ਨੂੰ 5:30 ਵਜੇ ਸਵੇਰੇ ਫੋਨ ਆਇਆ। ਜੀ ਰਾਤੀ ਨੂੰ ਅਰੈਸਟ ਹੋਇਆ। ਹਾਂਜੀ ਹਾਂ, ਜੀ ਸਾਨੂੰ ਦੱਸਿਆ ਵੀ ਤੁਹਾਡਾ ਬੇਟਾ ਇਹ ਨਾ ਉਹਦਾ। ਮੈਂ ਕਿਹਾ ਹਾਂ ਜੀ। ਜੀ ਕਹਿੰਦੇ ਵੀ ਉਹ ਅਰੈਸਟ ਕਰ ਲਿਆ। ਜੀ। ਇੰਨਾ ਕਹਿ ਕੇ ਉਹਨਾਂ ਨੇ ਫੋਨ ਕੱਟਤਾ। ਹੋਰ ਕੋਈ ਗੱਲ ਨਹੀਂ ਦੱਸੀ ਵੀ ਨਾ ਕੀ ਜੀ। ਕਿਸੇ ਡਿਸੇ ਦੇ ਨਾ ਜਾਂ ਜੀ, ਕੀ ਗੱਲਬਾਤ ਹੋਈ ਹੈ? ਨਹੀਂ ਜੀ, ਕੁਛ ਨਹੀਂ ਦੱਸਿਆ। ਜੀ ਜੀ ਫਿਰ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਜੀ? ਮੈਂ ਜੀ ਸਰਪੰਚ ਸਾਹਿਬ ਨੂੰ ਮਿਲਿਆ। ਜੀ ਜਿਹੜੇ ਨੰਬਰ ਤੇ ਫੋਨ ਆਇਆ ਸੀ ਅਸੀਂ ਦੁਬਾਰਾ ਉਹਦੇ ਨਾਲ ਕੰਟੈਕਟ ਕਰਨ ਨੂੰ ਕੋਸ਼ਿਸ਼ ਕਰੀ, ਜੀ। ਪਰ ਸਾਡਾ ਦੁਬਾਰਾ ਕੰਟੈਕਟ ਨਹੀਂ ਹੋਇਆ। ਜੀ ਉਹ ਨੰਬਰ ਤੇ ਸੰਪਰਕ ਹਾਂਜੀ ਹਾਂ। ਉਸ ਤੋਂ ਬਾਅਦ ਫਿਰ ਕੀ ਕੀਤਾ ਜੀ? ਉਸ ਤੋਂ ਬਾਅਦ ਜੀ ਅਸੀਂ ਥਾਣੇ ਇਤਲਾਹ ਦਿੱਤੀ ਜੀ। ਜੀ ਜੀ ਥਾਣੇ ਵਾਲਿਆਂ ਨੂੰ ਇਨਫੋਰਮ ਕਰਿਆ ਜੀ ਸਰਪੰਚ ਸਾਹਿਬ ਨੇ। ਜੀ ਫਿਰ ਉਹ ਸਾਡੇ ਕੋਲੇ ਆਏ। ਜੀ ਫਿਰ ਉਹਨਾਂ ਨੇ ਜਿਹੜੀ ਵੈਰੀਫਿਕੇਸ਼ਨ ਕਰਨੀ ਸੀ ਉਹ ਕਰੀ ਜੀ ਸਾਤੋਂ, ਤੇ ਉਹਨਾਂ ਨੇ ਫਿਰ ਫੋਨ ਲਾਇਆ ਤਾਂ ਉਹਨਾਂ ਨੇ ਦੱਸਿਆ ਵੀ ਤੁਹਾਡੇ ਲੜਕੇ ਤੇ ਆਹ ਧਾਰਾਵਾਂ ਤਹਿਤ ਪਰਚਾ ਦਰਜ ਕਰਤਾ। ਜੀ ਹਾਂਜੀ। ਤੇ ਬਾਈ ਜੀ ਤੁਹਾਡੀ ਗੱਲਬਾਤ ਕੀ ਹੋਈ ਆ ਉੱਥੇ ਕਿਹਨਾਂ- ਜਿਹੜੀ ਉਹਨਾਂ ਨੇ ਧਾਰਾ ਦਾ ਪਰਚਾ ਦਰਜ ਕੀਤਾ ਧਾਰਾ ਤੇ? ਕੀ ਗੱਲਬਾਤ ਹੋਈ ਆ? ਕਾਹਦੇ ਲਈ ਧਾਰਾ ਲੱਗੀਆਂ? ਇਹ ਧਾਰਾਂ ਲੱਗੀਆਂ ਜੀ, ਉਹਨਾਂ ਦਾ ਸਾਨੂੰ ਪਹਿਲਾਂ ਕੁਝ ਨਹੀਂ ਸੀ ਯਾਨੀ ਪਤਾ। ਤੁਹਾਨੂੰ ਕੋਈ ਗੱਲਬਾਤ ਦਾ ਨਹੀਂ ਪਤਾ, ਇੱਕ ਸਿਰਫ ਨਾ, ਸਿਰਫ ਕਿਸਾਨ ਅੰਦੋਲਨ ਵਿੱਚ ਜਾਣ ਕਰਕੇ ਆਪਦੇ ਕੋਲੋਂ ਇੱਕ ਗੇਮ ਬਣਾ ਕੇ ਤੁਹਾਨੂੰ ਫਸਾ ਦਿੱਤਾ। ਉਹਦੇ ਸੋ ਇਕਬਾਲ ਜੀ ਉਸ ਤੋਂ ਬਾਅਦ ਜਿਹੜੇ 40 ਮੁੰਡੇ ਤੁਹਾਡੇ ਹਾਂਜੀ ਆਪਣੇ ਫੜੇ ਸੀ ਯੋਧੇ ਜੀ, ਹਾਂਜੀ। ਕਿਉਂਕਿ ਆਪਾਂ ਯੋਧੇ ਹੀ ਕਹਾਂਗੇ, ਜੀ, ਸਮਾਜ ਦੇ ਵਿੱਚ ਬਿਲਕੁਲ। ਯੋਧੇ ਜਾਂਦੇ ਹੁੰਦੇ ਆ। ਤੇ ਬਾਈ ਜੀ ਉਹਨਾਂ ਚੋਂ ਕਿੰਨੇ ਮੁੰਡੇ ਹੁਣ ਤੱਕ ਛੁੱਟ ਕੇ ਆ ਗਏ ਤੇ ਕਿੰਨੇ ਮੁੰਡੇ ਅਜੇ ਅੰਦਰ ਹੈ? ਜਿਸ ਦਿਨ ਮੇਰੀ ਰਿਹਾਈ ਹੋਈ ਹੈ ਜੀ 2 ਜੀ। ਦਿਨ ਪਹਿਲਾਂ, ਜੀ ਜੀ ਉਸ ਦਿਨ ਉਹਨਾਂ ਤੋਂ ਪਤਾ ਲੱਗਿਆ, ਪ੍ਰੇਮ ਸਿੰਘ ਭੱਗੂ ਉਹਨਾਂ ਨੇ ਦੱਸਿਆ ਜੀ ਵੀ 20 ਤੋਂ 25 ਮੁੰਡੇ ਬਾਹਰ ਆ ਚੁੱਕੇ ਨੇ। ਜੀ। ਜਿਹੜੇ ਰਹਿੰਦੇ ਨੇ ਉਹਨਾਂ ਨੂੰ ਵੀ 1-2 ਦਿਨਾਂ ਜਦ ਚ ਉਹਨਾਂ ਸ਼ਾਇਦ ਨੂੰ ਉਹਨਾਂ ਦੀ ਅੱਜ ਤੱਕ ਹੁਣ ਤੱਕ ਜ਼ਮਾਨਤ ਹੋ ਚੁੱਕੀ ਹੋ। ਜੀ ਜੀ ਜਾਣੀ ਉਹਨਾਂ ਨਾਲ ਕੰਟੈਕਟ ਤਾਂ ਹੈ ਨਹੀਂ, ਕਿ ਉਹਨਾਂ ਦੇ ਨੰਬਰ ਸੀਗੇ ਜਿਹੜੇ ਉਹ ਥਾਣੇ 'ਚ ਹੀ ਆ, ਉਹ ਫੋਨ ਨੰਬਰ ਵੀ, ਬਿਲਕੁਲ ਬਿਲਕੁਲ ਜੀ। ਤੇ ਉਹ ਫੋਨ ਬੰਦ ਆ ਰਹੇ ਨੇ, ਬਾਅਦ ਪਤਾ ਲੱਗ ਜੂਗਾ ਜਾਣੀ। ਤੇ ਜਦੋਂ ਇਹ ਗੱਲਬਾਤ ਸਾਰੀ ਹੋਈ ਜੀ, ਕਿਉਂਕਿ ਤੁਹਾਡੇ ਤੇ ਇੱਕ ਨਜਾਇਜ਼ ਧਾਰਾ ਲਾਈਆਂ ਹੋਈਆਂ, ਹਾਂਜੀ। ਤੇ ਉਹਨਾਂ ਨੇ ਗੱਲਬਾਤ ਕੀਤੀ ਵਕੀਲ ਸਾਹਿਬਾਨਾਂ ਨੇ ਵੀ ਕਿਉਂ ਲਾਇਆ, ਮੁੰਡੇ ਕਿਉਂ ਚੱਕੇ? ਤੇ ਉਹਨਾਂ ਦਾ ਸਾਨੂੰ ਹਜੇ ਕੋਈ ਪਤਾ ਅੱਛਾ, ਨਹੀਂਗਾ। ਠੀਕ ਹੈ ਨਾ ਜੀ। ਅਸੀਂ ਵਕੀਲ ਸਾਹਿਬ ਨੂੰ ਬਾਅਦ ਚ ਮਿਲੇ ਆ, ਜਾਣੀ ਉਹਨਾਂ ਨੇ ਆਹੀ ਆਸ਼ਵਾਸਨ ਦਵਾਇਆ ਵੀ ਇਹ ਪਰਚੇ ਜਿਹੜੇ ਰੱਦ ਹੋਣਗੇ ਜੀ ਜੀ ਤੇ ਕਿਸਾਨ ਜਥੇਬੰਦੀਆਂ ਦਾ ਵੀ ਕਹਿਣਾ ਵੀ ਇਹ ਪਰਚੇ ਰੱਦ ਹੋਣ ਜੀ ਤੇ ਬਸ ਆਹੀ ਆ ਸਾਨੂੰ ਉਮੀਦ ਜੀ ਜੀ ਵੀ ਸਾਡੇ ਨਾਲ ਇਨਸਾਫੀ ਹੋਊਗੀ। ਬਿਲਕੁਲ ਬਿਲਕੁਲ ਵੀ ਪਹਿਲਾਂ ਤਾਂ ਨਾ ਇਨਸਾਫੀ ਹੋ ਚੁੱਕੀ ਹੈ, ਬਿਲਕੁਲ, ਸਾਡੇ ਨਾਲ ਬਿਲਕੁਲ। ਬਹੁਤ ਜ਼ਿਆਦਾ ਧੱਕਾ ਵੀ ਹੋ ਚੁੱਕਿਆ। ਜਿਹੜੇ ਨਜਾਇਜ਼ ਪਰਚੇ ਸਾਡੇ ਤੇ ਪਾਏ ਗਏ ਆ, ਬਿਲਕੁਲ, ਜਿੰਨੇ ਬਿਲਕੁਲ। ਵੀ ਚੱਕੇ ਗਏ ਆ 49 ਨੰਬਰ FIR ਤਹਿਤ ਸਿੰਘੂ ਬਾਰਡਰ ਦੇ ਜੀ। ਆਲੇ ਦੁਆਲੇ, ਉਹਨੇ ਸਾਰਿਆਂ ਤੇ ਨਜਾਇਜ਼ ਪਰਚੇ ਪਾਏ ਗਏ ਆ। ਜੀ ਜੀ ਤੇ ਸਾਨੂੰ ਅੰਦਰ ਵੀ ਪਤਾ ਨਹੀਂ ਸੀ ਲੱਗਿਆ 3-4 ਦਿਨ ਜੀ ਵੀ ਸਾਡੇ ਤੇ ਕਿਹੜੀ ਧਾਰਾ ਲੱਗੀ ਆ ਜੀ ਕੀ। ਸਾਨੂੰ ਅਸੀਂ ਤਾਂ ਬਸ ਆਪਸ ਵਿੱਚ ਹੀ ਗੱਲਾਂ ਕਰਦੇ ਸੀਗੇ, ਪਤਾ ਨਹੀਂ, ਅਸੀਂ ਤਾਂ ਬਸ ਨਿਕਲੇ ਆਉਣਾ, ਸ਼ਾਇਦ ਨਿਕਲ ਜਾਾਂਗੇ, ਸਾਨੂੰ ਤਾਂ ਨਜਾਇਜ਼ ਹੀ ਫਸਾਇਆ ਗਿਆ। ਜੀ ਜੀ ਤੇ ਸਾਨੂੰ ਬਾਅਦ ਚ ਅਸੀਂ ਉੱਥੇ ਅੰਦਰ ਲੀਗਲ ਵਕੀਲ ਬਹਿੰਦੇ ਆ, ਉਹਨਾਂ ਨੇ ਸਾਨੂੰ ਜਿਹੜਾ ਨੇ ਕਿਹਾ ਵੀ ਲੀਗਲ ਵਕੀਲ ਨੂੰ ਪੁੱਛ ਸਕਦੇ ਹੋ ਤੁਸੀਂ, ਤੁਹਾਡੇ ਤੇ ਕਿਹੜੀ ਧਾਰਾ ਲੱਗੀ ਆ। ਜੀ ਅਸੀਂ ਉਹਨਾਂ ਤੋਂ ਜਦੋਂ ਪੁੱਛਣ ਗਏ, ਉਹਨਾਂ ਨੇ ਦਿੱਤੀ, ਤਾਂ ਫਿਰ ਅਸੀਂ ਸ਼ੌਕ ਹੋ ਗਏ ਸੀ ਇੱਕ ਵਾਰੀ ਵੀ ਸਾਡੇ 7-8 ਧਾਰਾਂ ਲਾਈਆਂ ਗਈਆਂ, ਜਿਹੜੀਆਂ ਇੱਕ ਤਾਂ ਹਾਫ ਮਰਡਰ 'ਚ ਹੀ ਸ਼ਾਮਲ ਹੁੰਦੀ 307, ਜੀ 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 ਜਿਹੜੀ ਜ਼ਿਆਦਾ ਸੀਰੀਅਸ ਆ ਉਹ। ਜੀ ਤੇ ਸਾਨੂੰ ਅਸੀਂ ਕੁਝ ਕੀਤਾ ਵੀ ਨਹੀਂ ਸੀਗਾ, ਜੇ ਕੁਝ ਕੀਤਾ ਹੁੰਦਾ ਫਿਰ ਤਾਂ ਅੰਦਰ ਬੈਠੇ ਵੀ ਸਾਨੂੰ ਜਾਂ ਬਹਿ ਵੀ ਜਾਂਦਾ ਬੰਦਾ। ਜੀ ਜੀ ਤੇ ਨਜਾਇਜ਼ ਸੀਗਾ, ਸਾਨੂੰ ਆਹੀ ਡਰ ਸੀਗਾ ਵੀ ਕੀ ਪਤਾ ਕਦੋਂ ਨਿਕਲਾਂਗੇ। ਜੀ ਜੀ ਪਰ ਸਾਨੂੰ ਵਕੀਲਾਂ ਨੇ ਬਾਹਰੋਂ ਦਿੱਤਾ ਹੋਇਆ ਸੀ ਆਸ਼ਵਾਸਨ ਜੀ ਵੀ ਤੁਹਾਨੂੰ ਜਲਦੀ ਕਢਵਾ ਲਵਾਂਗੇ। ਜੀ ਜੀ ਤੇ ਜੇਲ੍ਹ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ, ਉਹਨਾਂ ਨੇ ਸਾਡੇ ਯਾਨੀ ਪੂਰੀ ਮਦਦ ਕੀਤੀ ਆ। ਜੀ ਜੀ ਅੰਦਰ ਕੋਈ ਸਾਡੇ ਨਾਲ ਧੱਕਾ ਨਹੀਂ ਹੋਇਆ ਜੇਲ੍ਹ 'ਚ। ਜੀ ਜੀ ਤੇ ਮੇਨ ਆਹੀ ਧੰਨਵਾਦ ਕਰਦੇ ਮਨਜਿੰਦਰ ਸਿੰਘ ਸਿਰਸਾ ਜੀ, ਜੀ ਪ੍ਰੇਮ ਸਿੰਘ ਭੰਗੂ ਬਿਲਕੁਲ। ਤੇ ਪੂਰੇ ਵਕੀਲਾਂ ਨੂੰ। ਜੀ ਜੀ ਤਾਂ ਸਾਡੇ ਨਾਲ ਇਹਨਾਂ ਦੇ ਤੇਜਿੰਦਰ ਸਿੰਘ ਜੀ, ਇੱਕ ਗੱਲ ਦੱਸੋ, ਜਿਵੇਂ ਤੁਹਾਨੂੰ ਪਲ ਪਲ ਦੀ ਜਾਣਕਾਰੀ ਕਿੱਥੋਂ ਮਿਲਦੀ ਸੀ? ਸਾਨੂੰ ਜੀ ਜਿਹੜਾ ਇਹਨਾਂ ਦਾ ਲੀਗਲ ਸੈੱਲ ਬਣਿਆ ਹੋਇਆ ਜੀ ਕਿਸਾਨ ਏਡ ਵਾਲਿਆਂ ਦਾ, ਸਾਨੂੰ ਉਹ ਸਾਡੇ ਕੰਟੈਕਟ ਸੀ। ਸਾਨੂੰ ਹਰ ਰੋਜ਼ ਉਹਨਾਂ ਨਾਲ ਗੱਲਬਾਤ ਹੁੰਦੀ ਸੀ। ਜੀ ਹਾਂਜੀ, ਉਹ ਸਾਨੂੰ ਪਲ ਪਲ ਦੀ ਜਾਣਕਾਰੀ ਦਿੰਦੇ ਸੀ। ਜੀ ਤੇ ਉਹਨਾਂ ਨਾਲ ਹੀ ਅਸੀਂ ਜਿਸ ਤਰ੍ਹਾਂ ਉਹ ਕਹਿੰਦੇ ਸੀ ਅਸੀਂ ਉਸੇ ਰੂਲ ਨੂੰ ਫਾਲੋ ਕਰਦੇ। ਜਿਸ ਦਿਨ ਸਾਨੂੰ ਉਹਨਾਂ ਨੇ ਸੱਦਿਆ ਸੀ ਉਸ ਦਿਨ ਗਏ ਤੇ ਬੇਲ ਹੋ ਗਈ ਫਿਰ। ਜੀ ਜੀ ਤਾਂ ਜਿਹੜਾ ਦਿੱਲੀ ਪ੍ਰਸ਼ਾਸਨ, ਦਿੱਲੀ ਪੁਲਿਸ ਨੇ ਤੁਹਾਡਾ ਜਿੱਦ ਲਾਠੀਆਂ ਵਰਸਾਈਆਂ ਤੁਹਾਡੇ ਤੇ, ਇੰਨਾ ਕੁ ਬੁਰਾ ਹਾਲ ਕਰਤਾ ਇਸ ਨੌਜਵਾਨੀ ਦਾ ਲਾਠੀਆਂ ਵਰਸਾ ਕੇ
ਕਿ ਤੁਸੀਂ ਸਾਡੇ ਸਰ ਨੇ ਕੱਲ ਸਟੂਡੀਓ ਆਉਣਾ ਸੀ, ਕੁਝ ਮਤਲਬ ਤਬੀਅਤ ਨਾ ਸਹੀ ਹੋਣ ਕਾਰਨ ਇਹ ਕੱਲ ਨਹੀਂ ਆ ਪਾਏ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਇਹਦਾ ਮਾਨਸਿਕ ਪ੍ਰਤਾੜਿਤ ਕੀਤਾ ਸੀ, ਸ਼ਾਰੀਰਿਕ ਪ੍ਰਤਾੜਿਤ ਕੀਤਾ ਸੀਗਾ। ਤੇ ਜਿੱਦਾਂ ਵੀ ਕਹੀਏ ਹੁਣ ਤਾਂ ਸਵਸਥ ਨੇ, ਸਰ ਆਪਣੇ ਸਟੂਡੀਓ ਬੈਠੇ ਨੇ, ਗੱਲਬਾਤ ਦੱਸ ਰਹੇ ਨੇ, ਪਰ ਹੁਣ ਵੀ ਇਹਨਾਂ ਦੇ ਹੌਸਲੇ ਇੰਨੇ ਕੁ ਬੁਲੰਦ ਨੇ ਕਿ ਇਹ ਕਹਿੰਦੇ ਅਸੀਂ ਦਿੱਲੀ ਦੁਬਾਰਾ ਫੇਰ ਜਾਵਾਂਗੇ। ਤਾਂ ਤੁਸੀਂ ਇੱਕ ਗੱਲ ਦੱਸੋ ਜੀ, ਇਹਨਾਂ ਤੁਹਾਡੇ ਨਾਲ ਬੀਤੀ ਹੋਈ ਹੈ ਜਦੋਂ ਲਾਸਟ ਟਾਈਮ ਤੁਹਾਨੂੰ ਮਿਲਿਆ ਸੀ, ਤੁਸੀਂ ਇਹ ਗੱਲ ਕਹੀ ਸੀ ਵੀ ਮੇਰੇ ਨਹੀਂ ਮਨ ਕੁਝ ਨਹੀਂ ਹੋਣਾ, ਮੈਂ ਇਸ ਅੰਦੋਲਨ ਚ ਦੁਬਾਰਾ ਜਾਊਂਗਾ। ਹਾਂਜੀ ਜ਼ਰੂਰ ਜਾਵਾਂਗੇ। ਹੁਣ ਤਾਂ ਸਾਡੇ ਤੇ ਜੋ ਵੀ ਕਰ ਦਿੱਤਾ ਕਰ ਹੀ ਦਿੱਤਾ, ਜੋ ਵੀ ਕੁਛ ਕਰ ਦਿੱਤਾ। ਜੇ ਦੁਬਾਰਾ ਫੇਰ ਉਹਨਾਂ ਨੇ ਤਾਂ ਕੀਤਾ ਫਿਰ ਹੁਣ ਕੋਈ ਗੱਲ ਨਹੀਂ, ਦੇਖਿਆ ਜਾਊਗਾ ਜੀ। ਹੁਣ ਸਰਕਾਰ ਜਿੰਨਾ ਮਰਜ਼ੀ ਧੱਕੇਸ਼ਾਹੀ ਕਰ ਲੇ, ਪਰ ਅਸੀਂ ਅੰਦੋਲਨ 'ਚ ਦੁਬਾਰਾ ਫੇਰ ਜਾਵਾਂਗੇ ਜੀ। ਤੁਸੀਂ ਆਪਣਾ ਹੱਕ ਲੈ ਕੇ ਆਉਂਗੇ ਵਾਪਸ। ਹਾਂਜੀ ਜੀ ਜੀ। ਅਸੀਂ ਆ ਖੇਤੀ ਕਾਨੂੰਨ ਜਿਹੜੇ ਵਿਰੋਧੀ ਬਿੱਲ ਆ, ਬਿਲਕੁਲ, ਕਿਸਾਨ ਬਿਲਕੁਲ। ਵਿਰੋਧੀ ਬਿੱਲ 3 ਜਿਹੜੇ ਲੋਕਤੰਤਰ 'ਚ ਵੀ ਧੱਕੇ ਨਾਲ ਮਨਜ਼ੂਰ ਕੀਤੇ ਗਏ ਆ ਬਿਲਕੁਲ, ਬਿਲਕੁਲ। ਸੰਸਦ 'ਚ, ਬਿਲਕੁਲ ਜੀ। ਅਸੀਂ ਉਹ ਵਾਪਸ ਕਰਵਾ ਕੇ ਹੀ ਜੀ। ਹਟਾਂਗੇ। ਤੇ ਸਾਰੇ ਯੂਥ ਨੂੰ ਵੀ ਇਹੀ ਅਪੀਲ ਆ ਵੀ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ, ਕਿਸਾਨ ਜਥੇਬੰਦੀਆਂ ਨੂੰ ਵੀ ਇਕੱਠੇ ਹੋ ਕੇ ਚੱਲਿਆ ਜਾਵੇ, ਜੀ ਤਾਂ ਹੀ ਇਹ ਬਿੱਲ ਵਾਪਸ ਹੋ ਸਕਦੇ ਆ। ਜੀ ਜੀ। ਹਾਂਜੀ ਤੇਜਿੰਦਰ ਭਾਈ ਜੀ, ਜਦੋਂ ਹੁਣ ਦੁਬਾਰੇ ਲੋੜ ਪਈ ਜੀ ਹਾਂਜੀ ਕਿਸਾਨ ਅੰਦੋਲਨ ਦੇ ਵਿੱਚ, ਆਪਾਂ ਦੇਖਦੇ ਹਾਂ ਵੀ ਅਕਸਰ ਹੁਣ ਵੀ ਇੱਕ ਵਾਰੀ ਅੰਦੋਲਨ ਫੇਲ ਕਰਨ ਨੂੰ ਬਹੁਤ ਜ਼ੋਰ ਲਾਇਆ ਸਰਕਾਰਾਂ ਨੇ, ਹਾਂਜੀ ਹਾਂਜੀ ਤੇ ਹੁਣ ਦੁਬਾਰੇ ਬੇਟੇ ਨੂੰ ਭੇਜੋਗੇ ਜੀ ਤੁਸੀਂ? ਹਾਂਜੀ ਦੇਖੋ, ਪਹਿਲੀ ਗੱਲ ਜੀ, ਸਾਡੇ ਪਰਿਵਾਰ 'ਚ ਅਸੀਂ 3 ਜੈਂਟਸ ਹਾਂ ਜੀ ਮੈਂ ਤੇ ਮੇਰੇ 2 ਬੇਟੇ। ਜੀ ਜੀ। ਹਜੇ ਤਾਂ ਇੱਕ ਗਿਆ, ਤੇ ਲੋੜ ਪਈ ਅਸੀਂ ਆਪ ਵੀ ਦੋਨਾਂ ਨੂੰ, ਦੂਜੇ ਬੇਟੇ ਨੂੰ ਵੀ ਭੇਜਾਂਗੇ। ਬਹੁਤ ਇਹ ਵਧੀਆ ਅੰਦੋਲਨ- ਸੋਚ ਹੈ। ਇਹ ਅੰਦੋਲਨ ਜਿੱਤਣਾ ਸਾਡੇ ਲਈ ਬਹੁਤ ਬਹੁਤ ਜ਼ਰੂਰੀ ਆ। ਜੀ ਜੀ। ਹਾਂਜੀ ਅਸੀਂ ਉਹਨਾਂ ਨੂੰ ਵੀ ਆਪ ਵੀ ਜਾਵਾਂਗੇ, ਬੇਟੇ ਨੂੰ ਵੀ ਭੇਜਾਂਗੇ, ਦੂਜੇ ਨੂੰ ਵੀ ਭੇਜਾਂਗੇ। ਬਿਲਕੁਲ ਜੀ, ਆਪਣੇ ਹੱਕ ਵਾਪਸ ਲੈ ਕੇ ਆਵਾਂਗੇ, ਕਿਉਂਕਿ ਹਾਂਜੀ। ਜ਼ਮੀਨਾਂ ਸਾਡੀਆਂ ਮਾਵਾਂ, ਹਾਂਜੀ। ਉਹਨਾਂ ਨੂੰ ਅਸੀਂ ਦੂਰ ਨਹੀਂ ਜਾਣ ਨਾ ਖੋਣ ਨਹੀਂ ਦੇਣਾ। ਨਹੀਂ ਜੀ, ਇਹ ਸਰਕਾਰ ਅਸੀਂ ਸਰਕਾਰ ਨੇ ਹੱਕ- ਨਹੀਂ ਚੱਲਣ ਦੇਣਾ। ਅਸੀਂ ਹੱਕ ਵਾਪਸ ਲੈ ਕੇ ਹੀ ਆਵਾਂਗੇ ਜੀ। ਜੀ ਜੀ। ਹਾਂਜੀ ਸੋ ਬਹੁਤ ਵਧੀਆ ਗੱਲ ਆ ਜੀ, ਕਿਸਾਨ ਭਰਾ ਦਿਲੋਂ ਜੁੜੇ ਹੋਏ ਆ, ਕਿਉਂਕਿ ਜ਼ਮੀਨਾਂ ਅਸੀਂ ਤਾਂ ਵੱਟ ਪਿੱਛੇ ਕਹਿੰਦੇ ਹੁੰਦੇ ਆ, ਕਿਸਾਨ ਇੱਕ ਵੱਟ ਪਿੱਛੇ ਇੰਨੀ ਜਗ੍ਹਾ ਦਿੰਦੇ ਤੇ ਸਰਕਾਰਾਂ ਦਾ ਧੱਕੇ ਨਾਲ ਜ਼ਮੀਨਾਂ ਨੱਪਣ ਨੂੰ ਫਿਰਦੀਆਂ। ਜੀ। ਸੋ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਵੀ ਇੱਕ ਰੋਸ ਅਸੀਂ ਪ੍ਰਗਟ ਕਰਦੇ ਆ ਵੀ ਜਦੋਂ ਉਹਨਾਂ ਦੇ ਨਾਮ ਪਲੇਟ ਨਹੀਂ ਸੀ ਜਾਂ ਕੋਈ ਵੀ ਸੀ ਉਹ ਅਫਸਰ, ਇੱਕਦਮ ਬੱਚਿਆਂ ਦਾ ਧੱਕਾਸ਼ਾਹੀ ਜਿਹੜੀ ਹੋਈ ਆ, ਜੇ ਕੱਲ ਨੂੰ ਉੱਥੇ ਕੋਈ ਹੋਰ 19-21 ਹੁੰਦੀ ਤਾਂ ਉਹਦਾ ਜ਼ਿੰਮੇਦਾਰ ਕੌਣ ਸੀ ਜੀ? ਇਹ ਬਹੁਤ ਹੀ ਨਿੰਦਣਯੋਗ ਘਟਨਾ ਵੀ ਪੁਲਿਸ ਬਿਨਾਂ ਦੱਸੇ ਤੋਂ ਮੁੰਡਿਆਂ ਨੂੰ ਚੱਕ ਕੇ ਅੰਦਰ ਕਰੀ ਜਾਂਦੀ ਆ, ਤੇ ਸਰਕਾਰਾਂ ਨੂੰ ਵੀ ਸ਼ਰਮ ਚਾਹੀਦੀ ਹੈ ਇਹ ਗੱਲ ਤੇ। ਆਹੋ, ਜਦੋਂ ਤੁਸੀਂ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਜਾਣਾ, ਆਪਣੇ ਪਿੰਡ ਦੇ ਵਿੱਚ ਜਾਣਕਾਰੀ ਜ਼ਰੂਰ ਦੇ ਕੇ ਜਾਇਓ ਬਾਈ। ਜਿਹੜੇ ਹੁਣ ਨਵੇਂ ਮੁੰਡੇ ਆਪਣੇ ਜਾਂਦੇ ਆ ਭਰਾ, ਹੁਣ ਥੋੜੇ ਜਿਹਾ ਦੇਖੋ ਬਹੁਤ ਹੀ ਜਿਹੜੀ ਨਿੰਦਣਯੋਗ ਘਟਨਾ ਹੋਈ ਆ ਉੱਥੇ, ਹਾਂਜੀ। ਕਿਉਂਕਿ ਇੱਕ ਗੁੰਮਰਾਹ ਕਰਕੇ ਤੁਹਾਡੇ ਧਾਰਾ ਲਾ ਕੇ ਪਰਚੇ ਪਾਤੇ ਹਾਂਜੀ 40 ਮੁੰਡਿਆਂ ਦੇ ਤੁਹਾਡੇ ਦੇ। ਹਾਂਜੀ। ਜਿਹੜੇ ਹੁਣ ਆਪਣੇ ਭਰਾ ਜਾਂਦੇ ਆ, ਜਿਹਨਾਂ ਨੂੰ ਨਹੀਂ ਗੱਲਬਾਤ ਦਾ ਪਤਾ, ਉਹਨੂੰ ਕੀ ਮੈਸੇਜ ਦਵੋਗੇ ਜੀ? ਉਹਨਾਂ ਨੂੰ ਮੈਸੇਜ ਆਹੀ ਦੇਣਾ ਚਾਹੁੰਦੇ ਆ ਵੀ ਸ਼ਾਮਲ ਹੋਣਾ ਸਾਡਾ ਇੱਕ, ਹੁਣ ਹੱਕਾਂ ਲਈ ਖੜਨਾ ਤਾਂ ਸਾਡਾ ਇੱਕ ਕਰਤੱਵ ਆ ਇਹ। ਜੇ ਹੁਣ ਨਹੀਂ ਖੜਾਂਗੇ ਤਾਂ ਫਿਰ ਕਦੋਂ ਖੜਾਂਗੇ? ਜੀ ਜੀ। ਕਿਉਂਕਿ ਸਾਡੇ ਇਤਿਹਾਸ ਵੀ ਜੇ ਪੜਿਆ ਜਾਵੇ ਤਾਂ ਅਸੀਂ ਸਿਰਫ ਕਹਾਣੀਆਂ ਸੁਣਾਉਣੀ ਜਾਂ ਉੱਥੇ ਤੱਕ ਸੀਮਿਤ ਨਹੀਂ ਜੀ। ਜਾਂ ਤਾਂ ਹੁਣ ਫਿਰ ਆਪਦਾ ਹਿੱਸਾ ਵੀ ਪਾਵੋ। ਜੀ ਜੀ। ਤੇ ਦੂਜੀ ਗੱਲ ਜ਼ਰੂਰ ਕਹਿਣਾ ਚਾਹੂੰਗਾ ਵੀ ਜੇ ਜਾਣਾ ਵਾ ਤਾਂ ਆਪਦੇ ਪਿੰਡ 'ਚ ਆਪਦੇ ਘਰਦਿਆਂ ਨੂੰ, ਸਰਪੰਚ ਪੰਚਾਂ ਨੂੰ ਦੱਸ ਕੇ ਜਾਓ। ਜੀ। ਤੇ ਉੱਥੇ ਬਾਰਡਰ ਤੇ ਜਾਣਾ ਵਾ, ਕਾਫਲੇ ਦੇ ਵਿੱਚ ਹੀ ਰਹੋ, ਆਲੇ ਦੁਆਲੇ ਨਾ ਕਿਤੇ ਜਾਓ, ਕਿਉਂਕਿ ਪੁਲਿਸ ਦਾ ਕੀ ਪਤਾ ਸਾਡੇ ਤੇ ਵੀ ਨਜਾਇਜ਼ ਹੋਈ ਆ, ਸਾਡੇ ਨਾਲ ਵੀ ਬਿਲਕੁਲ। ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਆ। ਤੇ ਇਸੇ ਤਰ੍ਹਾਂ 2 ਦਿਨ ਪਹਿਲਾਂ ਵੀ ਹੋਈ ਆ, ਇੱਕ ਮੁੰਡਾ ਬਾਲ ਸੁਕਾਉਂਦਾ ਫਿਰਦਾ ਸੀ, ਉਹਨੂੰ ਚੱਕਿਆ ਗਿਆ। ਜੀ ਸਿਰਫ ਬਾਲ ਸੁਕਾਉਣਾ ਇੱਕ ਹੋਈ ਸੀ ਵੀ ਸਿਰ ਤੇ ਬਾਲ ਆ, ਇਹਦੇ ਸਿੱਖ ਆ, ਜੀ। ਉਹਨੂੰ ਵੀ ਚੱਕ ਕੇ ਉਹਦੇ ਵੀ ਧਾਰਾ ਇਹ ਲਾ ਦਿੱਤੀਆਂ ਗਈਆਂ। ਜੀ। ਬਸ ਆਹੀ ਕਹਿਣਾ ਚਾਹਾਂਗੇ। ਬਿਲਕੁਲ। ਇੱਕ ਮੈਂ ਦੱਸ ਦੇਣਾ ਚਾਹੁੰਦਾ ਬਾਈ ਜੀ, ਤੋਂ ਧਾਰਾਂ ਕਿਹੜੀਆਂ ਲੱਗੀਆਂ? 147, 148, 307, 186, 188 ਤੇ 353 ਹੈ ਜੀ, ਸੰਗੀਨ ਧਾਰਾਵਾਂ ਲਗਾਈਆਂ ਜਿਵੇਂ ਕੋਈ ਟੈਰਰਿਸਟ ਹੁੰਦਾ ਹੈਗਾ। ਤੇ ਦੂਜੀ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਵੀ ਜਿੱਥੋਂ ਇਹ ਬਿਲੋਂਗ ਕਰਦੇ ਨੇ, ਟੂਸਾ ਪਿੰਡ, ਉਹ ਕਰਤਾਰ ਸਿੰਘ ਸਰਾਭੇ ਦੇ ਨਾਲ ਲੱਗਵਾ ਪਿੰਡ ਹੈ। ਉਹ ਭੁੱਲ ਗਏ ਕਰਤਾਰ ਸਿੰਘ ਸਰਾਭੇ ਦੇ ਵਾਰਸਾਂ ਦੀ ਅਸੀਂ ਪੱਗ ਨੂੰ ਹੱਥ ਪਾ ਰਹੇ ਹਾਂ, ਉਹਨਾਂ ਦੇ ਕਿਰਪਾਨਾਂ ਨੂੰ ਹੱਥ ਪਾ ਰਹੇ ਹਾਂ। ਇਹ ਦਿੱਲੀ ਪੁਲਿਸ ਮੇਰੀ ਆਵਾਮ ਨੂੰ, ਮੇਰੀ ਆਵਾਜ਼ ਨੂੰ ਇਹ ਸੁਣ ਰਹੀ ਹੋਵੇ ਤਾਂ ਤੁਸੀਂ ਸੋਚੋ ਜ਼ਰੂਰ 2 ਵਾਰੀ ਕਿ ਇਹ ਤੁਸੀਂ ਕਿਹਨਾਂ ਨੂੰ ਹੱਥ ਪਾਇਆ। ਇਹ ਨਾਲ ਜਿਹੜੇ ਅਸੀਂ ਕਰਤਾਰ ਸਿੰਘ ਸਰਾਭੇ ਤੇ, ਅਸੀਂ ਭਗਤ ਸਿੰਘ ਵਰਗਿਆਂ ਦੇ ਵਾਰਸ ਹਾਂ, ਅਸੀਂ ਕਾਂਗਰਸ ਤੇ ਅਕਾਲੀਆਂ ਦੇ ਵਾਰਸ ਨਹੀਂ ਹੈਗੇ। ਕੁਝ ਖਾਸ ਭਰਾ ਹੁੰਦੇ ਆ ਆਪਣੇ, ਜਿਹੜੇ ਆਪਣੇ ਕਹਿੰਦੇ ਨੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ, ਉਹਨਾਂ ਬਾਰੇ ਵੀ ਕੋਈ ਮੈਸੇਜ ਦਿਓ ਜੀ। ਸਿਰਸਾ ਸਾਹਿਬ ਦਾ, ਭੰਗੂ ਸਾਹਿਬ ਦਾ,
ਬਾਕੀ ਵਕੀਲਾਂ ਦਾ ਮੈਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ। ਜੀ ਬਿਲਕੁਲ। ਸੋ ਬਾਈ ਜੀ ਜਿਵੇਂ ਹੁਣ ਤੁਸੀਂ ਆ ਗਏ, ਚਲੋ ਜਿਹੜੇ ਭਰਾ ਆਪਣੇ ਉੱਥੇ ਵੀ ਆ ਉਹਨਾਂ ਬਾਰੇ ਵੀ ਜ਼ਰੂਰ ਗੌਰ ਰੱਖਿਓ, ਜੇ ਕੋਈ ਉਨੀਕੀ ਹੁੰਦੀ ਆ ਤਾਂ ਜ਼ਰੂਰ ਦੱਸਿਓ ਸਾਨੂੰ ਵੀ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੀ ਜੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜੀ ਵੀ ਕੁਝ ਲੋਕ ਸਾਨੂੰ ਪਤਾ ਲੱਗਿਆ ਜੀ ਵੀ ਕੁਝ ਲੋਕ ਸਾਡਾ ਨਾਮ ਲੈ ਕੇ ਪੈਸੇ ਇਕੱਠੇ ਕਰ ਰਹੇ ਜੀ। ਆ। ਮੈਂ ਉਹਨਾਂ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਇਹ ਕੰਮ ਨਾ ਕਰਨ। ਜੀ ਜੀ ਅਸੀਂ ਗਰੀਬ ਜ਼ਰੂਰ ਹਾਂ ਪਰ ਸਾਡੇ ਜ਼ਮੀਰ ਜਾਗਦੇ ਆ। ਜੀ ਜੀ ਸਾਨੂੰ ਕਿਸੇ ਦੀ ਪੈਸੇ ਦੀ ਨਹੀਂ ਕੋਈ ਜ਼ਰੂਰਤ ਜੀ। ਨਹੀਂ, ਪਰ ਲੋਕਾਂ ਨੂੰ ਵੀ ਇਹ ਕਹਿਣਾ ਵੀ ਇਹ ਸਾਡੇ ਨਾਂ ਤੇ ਇਹੋ ਜਿਹਾ ਕੰਮ ਨਾ ਕੀਤਾ ਜੀ ਜਾਵੇ। ਬਿਲਕੁਲ, ਬਹੁਤ ਵਧੀਆ ਗੱਲ ਕਹੀ ਹੈ ਜੀ। ਸੋ ਦੋਸਤੋ ਬਾਈ ਜੀ ਨੇ ਬਹੁਤ ਵਧੀਆ ਗੱਲ ਕਹੀ ਆ ਕਿ ਲੋਕ ਅਕਸਰ ਆਪਾਂ ਦੇਖਦੇ ਆ ਇਮੋਸ਼ਨਲ ਹੋ ਕੇ ਪੈਸਾ ਭੇਜ ਦਿੰਦੇ ਆ। ਸੋ ਬਾਈ ਹੁਣਾਂ ਦੇ ਨੰਬਰ ਵੀ ਅਸੀਂ ਦਵਾਂਗੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਕੋਈ ਵੀ ਗੱਲਬਾਤ ਕਰਨੀ ਇਹਨਾਂ ਨਾਲ ਕਰੋ ਜੀ, ਇਹਨਾਂ ਤੋਂ ਪੁੱਛੋ ਗੱਲਬਾਤ। ਸੋ ਦੋਸਤੋ ਇਹ ਸਨ ਬਾਈ ਤਜਿੰਦਰ ਸਿੰਘ ਔਰ ਉਹਨਾਂ ਦੇ ਬੇਟੇ ਇਕਬਾਲ ਸਿੰਘ ਜੀ, ਪਿੰਡ ਟੂਸਾ, ਜ਼ਿਲ੍ਹਾ ਲੁਧਿਆਣਾ ਤੋਂ, ਜੋ ਅੱਜ ਤਨੂੰ ਟੀਵੀ ਚੈਨਲ ਤੇ ਪਹੁੰਚੇ। ਸੋ ਦੋਸਤੋ ਜੋ ਉੱਥੇ ਹੋਇਆ ਵੀਰ ਹੋਣਾ ਨਾਲ ਜੋ ਹੱਡ ਬੀਤੀ ਹੋਈ ਆ, ਜੋ ਇਹਨਾਂ ਨਾਲ ਧੱਕੇਸ਼ਾਹੀ ਹੋਈ ਆ, ਸੋ ਆਪ ਸਭ ਦੇ ਉਹ ਗੱਲਾਂ ਰੂਬਰੂ ਕੀਤੀਆਂ। ਸੋ ਤੁਸੀਂ ਦੇਖ ਰਹੇ ਹੋ ਤਨੂੰ ਟੀਵੀ ਚੈਨਲ। ਹੁਣ ਸਾਨੂੰ ਦਿਓ ਇਜਾਜ਼ਤ। ਧੰਨਵਾਦ ਸਾਰਿਆਂ ਦਾ।